ਜਾ ਰਹੇ ਹੋ ਤੁਸੀਂ ਇਹ ਬੋਲਣਾ ਹੈ, ਇਸ ਤਰ੍ਹਾਂ ਤੇ ਜਾ ਰਹੇ ਹੋ ਤੁਸੀਂ ਇਹ ਬੋਲਣਾ ਹੈ। ਤੇ ਬੀਬੀ ਦੀ ਨਜ਼ਰਾਂ ਦੇ ਅੰਦਰ ਮੇਰਾ ਇੱਕ ਮੁਕਾਮ ਬਣ ਗਿਆ। ਔਰ ਇਹ ਮਕਾਮ ਜਿਹੜਾ ਹੈ ਥੋੜ੍ਹੇ ਅਰਸੇ ਬਾਅਦ ਜਿਸਲੇ ਬੀਬੀ ਨੂੰ 98 ਦੀ ਗਵਰਨਮੈਂਟ ਆਉਂਦੀ ਹੈ ਤੇ ਤੁਸੀਂ ਐਡਵਾਈਜ਼ਰ ਵੀ ਬਣ ਜਾਂਦੇ ਹੋ। ਲੇਕਿਨ ਉਹ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਤੇ ਇੱਕ ਵਕਤ ਆਉਂਦਾ ਹੈ ਕਿ ਤੁਸੀਂ ਜਾ ਕੇ CC ਦੇ ਮੈਂਬਰ ਵੀ ਬਣਦੇ ਹੋ। ਇੱਕ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਜਿਹੜੀ ਦੁਨੀਆ ਨੂੰ ਨਹੀਂ ਪਤਾ ਉਹ ਦੱਸਣਾ ਬਹੁਤ ਜ਼ਰੂਰੀ ਹੈ ਕਿ 27 ਦਸੰਬਰ 2007 ਨੂੰ ਬੀਬੀ ਸ਼ਹੀਦ ਦੇ ਗਲੇ ਵਿੱਚ ਜਿਹੜਾ ਹਾਰ ਪਹਿਨਾਇਆ ਉਹ ਤੁਸੀਂ ਪਹਿਨਾਇਆ, ਜਿਹੜੀ ਇੱਕ ਅਲਾਮਤ ਬਣਿਆ ਹੋਇਆ। ਲੇਕਿਨ ਇਸ ਅਲਾਮਤ ਦੇ ਇਲਾਵਾ ਇੱਕ ਹੋਰ ਗੁਫ਼ਤਗੂ ਹੈ, ਇੱਕ ਹੋਰ ਲਮਹਾ ਹੈ। ਉਹ ਇਹ ਹੈ ਕਿ ਉਸ ਪੂਰੇ ਸਟੇਜ ਦੇ ਉੱਤੇ ਬੀਬੀ ਸ਼ਹੀਦ ਨੇ ਕਿਸੇ ਨਾਲ ਸ਼ਹਾਦਤ ਤੋਂ ਪਹਿਲਾਂ ਮੁਕਾਲਮਾ ਨਹੀਂ ਕੀਤਾ। ਅੱਜ ਅਸੀਂ ਦੇਸੀ TV ਤੇ ਬੈਠ ਕੇ ਤੁਹਾਡੇ ਨਾਲ ਇਹ ਜ਼ਰੂਰ ਪੁੱਛਾਂਗੇ ਕਿ ਤੁਹਾਨੂੰ ਬੁਲਾਇਆ ਜਾਂਦਾ, ਤੁਸੀਂ ਬੀਬੀ ਸ਼ਹੀਦ ਕੋਲ ਆ ਜਾਂਦੇ ਹੋ, ਬਿਲਕੁਲ ਕਰੀਬ ਤਰੀਨ ਗੁਫ਼ਤਗੂ ਹੁੰਦੀ ਹੈ। ਕਿਆ ਤੁਸੀਂ ਮੁਨਾਸਿਬ ਸਮਝੋਗੇ ਕਿ ਅਸੀਂ ਵੀ ਇਹ ਦੇਖਣ ਵਾਲੇ ਵੀ ਉਸ ਗੁਫ਼ਤਗੂ ਤੋਂ ਮੁਸਤਫੀਦ ਹੋ ਸਕੀਏ? ਗੱਲ ਖਾਲਮ ਮਜੀਦ ਦੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ। ਅਸਲ ਵਿੱਚ ਵਕਤ ਔਰ ਲਮੇ ਟੁਰ ਜਾਂਦੇ ਨੇ, ਹਾਂ, ਗੱਲਾਂ ਯਾਦ ਰਹਿੰਦੀਆਂ ਨੇ। ਅੱਜ ਦੇ ਲੋਕਾਂ ਨੂੰ ਕੀ ਪਤਾ। ਰੱਬ ਦੀ ਸਹੁੰ ਜਿਸ ਵੇਲੇ ਮੈਂ ਬੰਬ ਬਲਾਸਟ ਨਾਲ ਉੜ ਗਿਆ ਤੇ ਬੀਬੀ ਚੀਕਾ ਮਾਰ ਕੇ ਰੋਈ ਗਈ ਆਪ, ਇਵੇਂ ਜਿਵੇਂ ਭਰਾ ਹੋ ਗਿਆ। ਕਈਆਂ ਨੇ ਕਿਹਾ ਇਸ ਰਾਸ਼ਾ ਕੰਪੇਨ ਨਹੀਂ ਕਰੇਗਾ, ਉਹਦੀਆਂ ਤੇ ਟੰਗਾਂ ਉੱਡ ਗਈਆਂ ਨੇ। ਬੀਬੀ ਨੇ ਕਿਹਾ ਉਹਦੀ ਕੰਪੇਨ ਮੈਂ ਕਰਾਂਗੀ। ਬਿਲਕੁਲ, ਔਰ ਕੀਤੀ। ਮੈਂ ਇਸਰਾਰ ਸ਼ਾਹ ਨੂੰ ਦੇ ਉੱਤੇ ਕੋਈ ਗੁਫ਼ਤਗੂ ਨਹੀਂ ਹੋਏਗੀ, ਕਿਉਂਕਿ ਪੀਪਲਸ ਪਾਰਟੀ ਦਾ ਜਿਹੜਾ ATM ਗਰੁੱਪ ਸੀ ਉਹ ਮੇਰੇ ਖਿਲਾਫ ਮੁਤਹਰਕ ਸੀ ਕਿ ਜੀ ਉਹ ਤਾਂ ਮਾਸੂਰ ਹੋ ਗਿਆ ਹੈ। ਬੀਬੀ ਨੇ ਕਿਹਾ ਮੈਂ ਹਿਸਟਰੀ ਬਣਾਉਣੀ ਆ। ਇਸਲਾਮਾਬਾਦ ਦੇ ਵਰਕਰ ਉਹਨੂੰ ਸਟੇਚਰ ਤੇ ਪੈ ਕੇ ਗਲੀਆਂ 'ਚ ਤੇ ਫਰਾ ਦੇਣਗੇ। ਫਿਰ ਬੀਬੀ ਦਾ ਇੱਕ ਲਮਹਾ ਐਸਾ ਆਉਂਦਾ ਹੈ ਕਿ ਬੀਬੀ ਗੋਲੜੇ 'ਚ ਆਉਂਦੀ ਹੈ। ਮੈਂ ਉੱਥੋਂ ਗੁਜ਼ਰ ਰਿਹਾ, ਗੋਲੜੇ ਦਾ ਰਾਹ ਬੰਦ ਸੀ। ਮੈਂ ਕਿਹਾ ਕੌਣ ਹੈ? ਕਹਿੰਦੇ ਬੀਬੀ ਆ ਰਹੀ। ਬੀਬੀ ਤੇ ਅਚਾਨਕ ਨਜ਼ਰ ਪਈ, ਬੀਬੀ ਨੇ ਪੰਫਲੇਟ ਆਪਣੇ ਸੀਨੇ ਨਾਲ ਲਾ ਕੇ ਤਕਰੀਰ ਕੀਤੀ ਔਰ ਬੀਬੀ ਨੇ ਕਿਹਾ ਮੈਂ ਆਪਣੀ ਕੰਪੇਨ ਚਲਾਵਾਂ। ਲੇਕਿਨ ਬੀਬੀ ਨੂੰ ਨੇ ਆਪਣੇ ਹਵਾਲੇ ਨਾਲ ਕੰਪੇਨ ਕੀਤੀ। ਮਸਲਨ 2-3 ਇਵੈਂਟ ਐਸੇ ਨੇ ਜਿਹੜੇ ਲੋਕਾਂ ਨੂੰ ਨਹੀਂ ਪਤਾ। ਬੀਬੀ ਜਿਸ ਵੇਲੇ ਲਿਆਕਤ ਬਾਗ ਵਿੱਚ ਐਂਟਰ ਹੁੰਦੀਆਂ ਨੇ ਤੇ ਨੁੱਕਰ ਦੇ ਲਿਆਕਤ ਬਾਗ ਦੀ ਨੁੱਕਰ ਦੇ ਉੱਤੇ ਇੱਕ ਵਰਕਰ ਮੇਰੇ ਨਾਂ ਦਾ ਝੰਡਾ ਲੈ ਕੇ ਖਲੋਤਾ ਹੈ। ਅੱਛਾ। ਬੀਬੀ ਨੇ ਉਸ ਵਰਕਰ ਨੂੰ ਬੁਲਾਇਆ ਕਿ ਇਹ ਝੰਡਾ ਮੈਨੂੰ ਦਿਓ। ਬੀਬੀ ਛਾਤੀ ਚੋਂ ਬਾਹਰ ਨਿਕਲੀ ਸੀ ਇਹਨਾਂ ਥ੍ਰੈਟਸ ਦੇ ਬਾਵਜੂਦ ਵੀ। ਬੀਬੀ ਦੇ ਹੱਥ 'ਚ ਉਹ ਝੰਡਾ ਸੀ ਔਰ ਬੀਬੀ ਮੇਰੇ ਨਾਂ ਦਾ ਝੰਡਾ ਸਟੇਜ ਤੱਕ ਲਹਿਰਾ ਲੈਂਦੀ ਰਹੀ। ਅੱਜ ਵੀ ਕਲਿੱਪ ਦੇਖੋ ਤੇ ਉਸ ਝੰਡੇ ਤੇ ਡਾਕਟਰ ਇਸਰਾਰ ਸ਼ਾਹ ਦਾ ਨਾਮ ਲਿਖਿਆ। ਬੀਬੀ ਕਿਸੇ ਹੋਰ ਦਾ ਝੰਡਾ ਵੀ ਤੇ ਲੈ ਸਕਦੀ ਸੀ ਨਾ। ਬੀਬੀ ਬਗੈਰ ਨਾਂ ਦਾ ਝੰਡਾ ਵੀ ਲੈ ਸਕਦੀ ਸੀ। ਉਹ ਡੈਲੀਬਰੇਟਲੀ ਬੀਬੀ ਨੇ ਉੱਥੋਂ ਮੰਗਾਇਆ ਕਿ ਇਹ ਝੰਡਾ ਮੁਝੇ ਦੋ ਔਰ ਬੀਬੀ ਲਿਆਕਤ ਬਾਗ ਦੀ ਨੁੱਕਰ ਤੋਂ ਲੈ ਕੇ ਸਟੇਜ ਤੱਕ ਲਹਿਰਾਂਦੀ ਰਹੀ। ਫਿਰ ਮੈਂ ਜਦੋਂ ਇੱਥੋਂ ਜਲੂਸ ਲੈ ਕੇ ਗਿਆ ਤੇ ਵਰਕਰਾਂ ਨੇ ਮੇਰੇ ਗਲੇ 'ਚ ਹਾਰ ਪਾਇਆ ਸੀ। ਉਹ ਜੋ ਹੀ ਬੀਬੀ ਐਂਟਰ ਹੋਈਆਂ ਨੇ ਸਟੇਜ ਦੇ ਉੱਤੇ, ਮੈਂ ਆਪਣੇ ਗਲੇ ਦਾ ਹਾਰ ਬੀਬੀ ਦੇ ਗਲੇ 'ਚ ਪਾ ਦਿੱਤਾ। ਅਬਰਪਟਲੀ ਜ਼ਿਹਨ 'ਚ ਆਇਆ। ਔਰ ਇਹ ਜ਼ਿੰਦਗੀ ਦਾ ਪਹਿਲਾ ਵਾਕਿਆ ਹੈ। ਬੀਬੀ ਕਦੀ ਕਿਸੇ ਮਰਦ ਦੇ ਹੱਥੋਂ ਝੁਕ ਕੇ ਹਾਰ ਨਹੀਂ ਪਾਉਂਦੀ। ਬੀਬੀ ਬਕਾਇਦਾ ਝੁਕੀ। ਬਿਲਕੁਲ, ਉਹਨਾਂ ਨੇ ਹਾਰ ਪਾ ਲਿਆ। ਥੋੜੀ ਦੇਰ ਬਾਅਦ ਨਾਹਿਦ ਖਾਨ ਗਈ ਹਾਰ ਲਾਣ ਤੇ ਬੀਬੀ ਨੂੰ ਕਿਹਾ, ਬੀਬੀ ਨੇ ਨਾਹਿਦ ਨੂੰ ਕਿਹਾ ਮੇਰੀ ਕੁਰਸੀ ਸਟੇਜ ਦੇ ਸਾਹਮਣੇ ਨੁੱਕਰ ਦੇ ਉੱਤੇ ਲੱਗੀ ਸੀ, ਕੋਈ ਤਕਰੀਬਨ ਕੋਈ 8-7 ਫੁੱਟ ਦੂਰ। ਬੀਬੀ ਨੇ ਇਸ਼ਾਰਾ करके किया अंगूठे हल कि ये इसरार ने पहनाया है, उतारूंगी नहीं। फिर पता नहीं तकरीर तो पहले बीबी ने की ख्याल आया, उन्हें बुलवाया,
ਉਹਨੇ ਕਿਹਾ ਨਹੀਂ, ਨੁੱਕਰ ਦੇ ਉੱਤੇ ਨਾ ਰਹਿਮਾਨ ਮਲਿਕ ਬੈਠਾ ਸੀ। ਉਹਨੇ कहा रहमान इसरार को मेरे पास लाओ। वो फितरी गल है, व्हीलचेयर मेरे को चलनी तो नहीं सी, मैं मोड़नी सी व्हीलचेयर। और रहमान मलिक ने मोड़ी, मोड़ के ते मैं बीबी नाल सिर नाल सिर जोड़िया। बिल्कुल बीबी नाल सिर जोड़िया। उस दिन मैनू एहसास होया कि यार नहीं, बीबी मां भी है ते बीबी वड्डी भैन भी है। बीबी ने मेरी कंपेन का पूरा हाल पूछया कि तू कंपेन की कर रहे है, की हाल है कंपेन का। मैं क्या बीबी, मैं वर्करां दा बहुत मशहूर हाँ, मेरी व्हीलचेयर छत चुक के पहुंचा देंगे ने। कह लगी जिस तरह एक भैन तड़पती नहीं, कहने लगी इसरार मैं बहुत परेशान हूं तुम्हारी इस हालत में, मुझसे नहीं देखा जा सकता। मैंने 6 फुट से बड़ी कामत का एक शख्स देखा है। इसरार शाह, मेरी ख्वाहिश है कि मैं तुम जैसे बहादुर को इस पार्लियामेंट के फ्लोर पे देखूं। ये मेरी विश है, बीबी की आखिरी ख्वाहिश। हुण मैं किन्नू दसा। मैं एक बारी बीबी ने नाराज हो गया ना, मैं पार्टी छड्डन लगा सा किसी वजह दे नाल। उदों बेगम नुसरत भुट्टो बैठी सी, उन्हें मैनू घर बुला लिया। मैंने कहा किसी की जरूरत है जरदारी हाउस पे तुम्हारा रास्ता रोके? ओ मां सी, बीबी मां सी। अज पार्टी च जिंदगी दी 40 साल की रफाकत तो बाद मुअत्तल कर दे। ਤੁਸੀਂ ਜ਼ਰਦਾਰੀ ਹਾਊਸ ਵੀ ਤੇ ਕੁਝ ਅਰਸਾ ਬੈਠੇ ਰਹੇ ਹੋ ਔਰ ਬੜੀ ਉੱਥੇ ਵਰਕਰ ਦੀ ਅਪਰੋਚ ਤੁਹਾਡੇ ਤੱਕ ਐਸੀ ਕਿਆ ਉੱਥੋਂ ਬਾਹਰ ਆਣਾ, ਉੱਥੋਂ ਬਾਹਰ ਨਿਕਲ ਆਣਾ, ਤੁਹਾਡੀ ਵਰਕਰ ਤੋਂ ਦੂਰੀ ਮੇਰੇ ਖਿਆਲ ਹੈ ਇਨਸਾਨ ਨੂੰ ਕਿਸੇ ਨਾ ਕਿਸੇ ਜਗ੍ਹਾ ਤੇ ਟੈਨਸ਼ਨ ਤੇ ਬੰਦੀ ਹੋਏਗੀ। ਬਿਹਾਈਂਡ ਦਾ ਕਰਟਨ ਕੀ ਸੀ? गल सिर्फ इन्नी है जी, जरदारी हाउस की मैं तुहानू कहानी दसा। जरदारी जिहा प्यार करने वाला बंदा पॉलिटिक्स बहुत घट है। जरदारी साहब का मनु एक दिन अचानक टेलीफोन आता, उन्होंने कहा तू जरदारी हाउस क्यों नहीं आता? मैं क्या जरदारी साहब मैनू कोई बुलावे तो आंदा है, तो मैं उस तरह नहीं आता। तुहाडे उत्थे बाहर बंदे बड़े खड़े होते होंगे ने, मैं थोड़ा जा शहर इज्जतदार आदमी है, ये ना हो मेरी किसी ने लड़ाई हो जाए। मन कहते तेरा राह भी कोई डक सकता है। पंजाबी च गल्लां कीतियां। अच्छा, उन्हें कहा तेरा राह भी कोई डक सकता है। खैर जी, ये उस डायरैक्ट कॉल का किसी को पता नहीं सी, ते मैं जरदारी हाउस तुर गया। हुण जरदारी हाउस के अंदर कब्जा सी 2 खवातीन का। एक दा नाम सी रुखसाना बंगश, दूसरी सी फौजिया बीब। रुखसाना बंगश मेरी भैन की तरह सी, लेकिन बाद जो मैनू समझ नहीं आई कि महलाती साजिशां च उन्होंने की होया या उत्थे माहौल की बने। मैं तो व्हील चेयर ते सा। हुण जरदारी साहब ने मैनू कहा कि बई तेरी ड्यूटी इत्थे है, तू इत्थे लोगों को टाइम देना है। खुदा खवाए मैं मासूरी दे विच भी सवेरे 9 बजे 10 बजे तो लैके रात के 8 बजे तक 100 सिंध के ऐसे वर्कर जिन्होंने को किराया नहीं होंदा सी, मैं अपनी जेबों किराया भी देना सा कि यार जरदारी साहब को गाल ना पवे। उत्थे दे लोकां नूं गल हजम नहीं हो रही सी कि यार मेला तो असीं लुटन लई आए हैं, ते मेला इसरार शाह लुट रहा सी। वो कन्ना च की गल्लां कर रहे सन वो मन नहीं पता, लेकिन वो चेहरा दे जिहड़े तासुरात सन ना, वो आस्ता 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 बदलने शुरू होए। वो 2 ही तरीके सन, या मैं नगमा राग दरबारी गावां, या कोई मुरली बजावां, है या कोई वाजा बजावां, या कोई तरंगी बजावां। मैं कह नहीं, जड़ा रोड़ के आस उम्मीद ले जाए, जड़ा रोड़ के आस उम्मीद ले जाए,
ਉਸ ਮੀਂਹ ਦੇ ਪਾਣੀ ਦਾ ਕੱਖ ਨਾ ਰਹੇ। ਅਸੀਂ ਵਾਪਸ ਬੇਨਜ਼ੀਰ ਭੁੱਟੋ ਤੇ ਆਨੇ ਹਾਂ। 27 ਦਸੰਬਰ 2000